ਬ੍ਰਿਟਨ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਵਿੱਚ ਮਾਰਚ 2021 ਵਿੱਚ ਕੀਤੀ ਜਾ ਰਹੀ ਆਨਲਾਈਨ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ਨਸਲੀ ਤੌਰ ਤੇ ਭਾਰਤੀ ਵਜੋਂ ਸ਼੍ਰੇਣੀਬੱਧ ਨਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮਰਦਮਸ਼ੁਮਾਰੀ ਬ੍ਰਿਟਨ ਵਿੱਚ ਹਰ 10 ਸਾਲਾਂ ਬਾਅਦ ਘਰਾਂ ਦੇ ਬਾਰੇ ਤਾਜ਼ਾ ਸਰਵੇਖਣਾਂ ਨੂੰ ਹਾਸਲ ਕਰਨ ਲਈ ਹੁੰਦੀ ਹੈ ਤਾਂ ਜੋ ਜਨਤਕ ਸੇਵਾਵਾਂ ਦੀ ਯੋਜਨਾ ਚੰਗੇ ਤਰੀਕੇ ਨਾਲ ਬਣਾਈ ਜਾ ਸਕੇ। ਨੈਟਵਰਕ ਆਫ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਟਵੀਟ ਵਿੱਚ ਦੱਸਿਆ ਕਿ ਸਿੱਖਾਂ ਨੂੰ ਕਿਵੇਂ ਜਵਾਬ ਦੇਣਾ ਚਾਹੀਦਾ ਹੈ। ਤੁਹਾਡਾ ਨਸਲੀ ਸਮੂਹ ਕੀ ਹੈ? ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਭਾਰਤੀ ਵਿਕਲਪ ਤੋਂ ਨਾਖੁਸ਼ ਵਿਅਕਤੀਆਂ ਨੂੰ ਕੋਈ ਹੋਰ ਏਸ਼ੀਆਈ ਪਿਛੋਕੜ, ਏਸ਼ੀਅਨ ਜਾਂ ਏਸ਼ੀਅਨ ਬ੍ਰਿਟਿਸ਼ ਅਧੀਨ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਵਿੱਚ ਲਿਖਣਾ ਚਾਹੀਦਾ ਹੈ। ਉਹਨਾਂ ਨੂੰ ਇਹ ਟਿਕ ਬਾਕਸਿਸ ਆਨਲਾਈਨ ਮਰਦਮਸ਼ੁਮਾਰੀ ਵਿੱਚ ਮੁਹੱਈਆ ਕਰਵਾਉਣੇ ਚਾਹੀਦੇ ਹਨ। ਵਿਲੈਂਬਡਨ ਦੇ ਡਾਇਰੈਕਟਰ NSO ਦੇ ਲਾਰਡ ਸਿੰਘ ਨੂੰ ਦੱਸਿਆ ਕਿ ਨਸਲੀਅਤ ਦੇ ਆਧਾਰ ਤੇ ਉਹਨਾਂ ਨੂੰ ਸਾਡੀ ਸਲਾਹ ਹੈ ਕਿ ਉਹ ਆਪਣੇ ਆਪ ਨੂੰ ਭਾਰਤੀ ਦੱਸਣਾ ਨਹੀਂ ਚਾਹੁੰਦੇ ਹਨ ਕਿਉਂਕਿ 1984 ਸਿੱਖ ਕਤਲੇਆਮ ਕਰਕੇ ਪੰਜਾਬੀ ਲਿਖਣਾ ਹੈ। ਜਾਤੀ ਦਾ ਵਧੇਰੇ ਸਹੀ ਵੇਰਵਾ ਪਰ ਸਿੱਖ ਫਾਊਂਡੇਸ਼ਨ UK, ਜਿਸ ਨੂੰ ਦਰਜਨਾਂ ਗੁਰਦੁਆਰਿਆਂ ਅਤੇ ਸਿੱਖ ਸੰਗਠਨ ਦਾ ਸਮਰਥਨ ਹਾਸਲ ਹੈ, ਇੱਕ ਵੱਖਰੇ ਵਰਗੀਕਰਨ ਨੂੰ ਉਤਸ਼ਾਹਿਤ ਕਰ ਰਹੇ ਹਨ ਕਿ ਬ੍ਰਿਟਿਸ਼ ਸਿੱਖ ਏਸ਼ੀਅਨ ਜਾਂ ਏਸ਼ੀਅਨ ਬ੍ਰਿਟਿਸ਼ ਸ਼੍ਰੇਣੀ ਤੋਂ ਬਚ ਕੇ ਇਸ ਦੀ ਬਜਾਏ ਹੋਰ ਨਸਲੀ ਸਮੂਹ ਸ਼੍ਰੇਣੀ ਨੂੰ ਚੁਣ ਫਿਰ ਕੋਈ ਹੋਰ ਨਸਲੀ ਸਮੂਹ ਇਸ ਦੇ ਅੰਦਰ ਅਤੇ ਸਿੱਖ ਕੈਟਾਗਰੀ ਵਿੱਚ ਲਿਖੋ। ਜਨਗਣਨਾ ਦੇ ਨਸਲੀ ਹਿੱਸੇ ਵਿੱਚ ਸਿੱਖਾਂ ਲਈ ਇੱਕ ਟਿਕ ਬਾਕਸ ਹਾਸਲ ਕਰਨ ਲਈ ਫੈਡਰੇਸ਼ਨ, ਜਿਸ ਨੇ ਹਾਲ ਹੀ ਵਿੱਚ ਇੱਥੇ ਹਾਈ ਕੋਰਟ ਵਿੱਚ ਇੱਕ ਲੜਾਈ ਹਾਰ ਦਿੱਤੀ ਸੀ, ਨੇ ਕਿਹਾ ਕਿ ਇਹ ਸਿੱਖ ਕੌਮੀ ਪਛਾਣ ਲਈ ਲੜਾਈ ਹੈ। ਇਸ ਦੇ ਬੁਲਾਰੇ ਨੇ ਕਿਹਾ ਕਿ ਮਰਦਮਸ਼ੁਮਾਰੀ 2011 ਵਿੱਚ 83,000 ਤੋਂ ਵੱਧ ਸਿੱਖਾਂ ਨੇ ਵਿਰੋਧ ਕੀਤਾ ਤੇ ਮੌਜੂਦਾ ਨਸਲੀ ਟਿਕ ਬਾਕਸ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਹੋਰ ਨੂੰ ਨਿਸ਼ਾਨਾ ਬਣਾਇਆ ਅਤੇ ਸਿੱਖ ਲਿਖਿਆ। ਹੁਣ ਅਸੀਂ ਇਸ ਗਿਣਤੀ ਨੂੰ ਦੁੱਗਣਾ ਕਰਨ ਦੀ ਯੋਜਨਾ ਬਣਾ ਰਹੇ ਹਾਂ ਤੇ ਸੰਭਾਵਿਤ ਤੌਰ ਤੇ 2 ਲੱਖ ਸਿੱਖਾਂ ਨੂੰ ਹੋਰ ਤੇ ਟਿਕ ਲਾਉਣ ਅਤੇ ਇਸ ਵਾਰ ਸਿੱਖ ਲਿਖਣ ਲਈ UK ਸਰਕਾਰ ਨੂੰ ਸਖਤ ਸੰਕੇਤ ਭੇਜਣ ਦੀ ਯੋਜਨਾ ਬਣਾ ਰਹੇ ਹਾਂ। ਮੁਸ਼ਕਲ ਇਹ ਹੈ ਕਿ ਜਦੋਂ ਕੁਝ ਬ੍ਰਿਟਿਸ਼ ਸਿੱਖ ਹੁਣ ਪੰਜਾਬੀ ਲਿਖ ਸਕਦੇ ਹਨ, ਦੂਜੇ ਸਿੱਖ ਲਿਖ ਸਕਦੇ ਹਨ ਅਤੇ ਦੂਜੇ ਭਾਰਤੀ ਨੂੰ ਨਿਸ਼ਾਨਾ ਬਣਾ ਸਕਦੇ ਹਨ, ਜਿਸ ਨਾਲ ਇਹ ਡਰ ਪੈਦਾ ਹੋ ਰਿਹਾ ਹੈ ਕਿ ਮਰਦਮਸ਼ੁਮਾਰੀ ਭਾਰਤੀ ਭਾਈਚਾਰੇ ਅਤੇ ਨਾਲ ਹੀ ਆਬਾਦੀ ਦਾ ਸਹੀ ਪ੍ਰਤੀਬਿੰਬ ਪ੍ਰਦਾਨ ਕਰੇਗੀ। ਇਹ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਮਰਦਮਸ਼ੁਮਾਰੀ ਦਾ ਉਦੇਸ਼ ਵੱਖ-ਵੱਖ ਸਮੂਹਾਂ ਅਤੇ ਭਾਈਚਾਰਿਆਂ ਦੀਆਂ ਲੋੜਾਂ ਤੇ ਚਾਨਣਾ ਪਾਉਣਾ ਹੈ ਅਤੇ ਅਸਮਾਨਤਾਵਾਂ ਜੋ ਲੋਕ ਸਹਿ ਰਹੇ ਹਨ ਉਹਨਾਂ ਨੂੰ ਸਹੀ ਤਰੀਕੇ ਨਾਲ ਪਛਾਣਨਾ ਹੈ। ਸਾਲ 2011 ਦੀ ਮਰਦਮਸ਼ੁਮਾਰੀ ਵਿੱਚ ਜਦੋਂ ਕਿ 1,04,13,000 ਲੋਕਾਂ ਆਬਾਦੀ ਦਾ ਕਰੀਬ 2.5% ਏਸ਼ੀਅਨ ਸ਼੍ਰੇਣੀ ਵਿੱਚ 8,35,000 ਲੋਕ 1.5% ਏਸ਼ੀਆਈ ਦੂਜੇ ਨੂੰ ਆਪਣੀ ਜਾਤੀ ਮੰਨਦੇ ਹਨ। ONS ਦੇ ਅਨੁਸਾਰ ਇੱਕ ਵੱਡੀ ਆਬਾਦੀ ਨੂੰ ਸਿੱਖ ਵਜੋਂ ਪਛਾਣਿਆ ਗਿਆ। ਹੋਰ 3,33,000 0.6% ਨੇ ਕਿਸੇ ਹੋਰ ਨਸਲੀ ਸਮੂਹ ਨੂੰ ਟਿਕ ਕੀਤਾ ਹੈ। ਦੱਖਣੀ ਏਸ਼ੀਆ ਵਿੱਚ ਹੋਰ ਦੇਸ਼ ਵੀ ਹਨ ਜਿੱਥੇ ਉਹ ਆਪਣਾ ਦੇਸ਼ ਨਹੀਂ ਪਛਾਣਨਾ ਚਾਹੁੰਦੇ, ਜਿੱਥੇ ਉਹ ਸਿੰਧ, ਪੰਜਾਬ, ਤਾਮਿਲ ਇਹ ਸਭ ਕੁਝ ਰੱਖਣਗੇ। ਬ੍ਰਿਟਿਸ਼ ਇੰਡੀਆ ਵਾਇਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਜੋ ਮਰਦਮਸ਼ੁਮਾਰੀ ਬਾਰੇ ਕੌਮੀ ਅੰਕੜਾ ਦਫ਼ਤਰ ਦੇ ਨਾਲ ਕੰਮ ਕਰ ਰਿਹਾ ਹੈ, ਜੋ ਬ੍ਰਿਟਿਸ਼ ਇੰਡੀਆ ਵਾਇਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰ ਕੋਈ ਜੋ ਨਸਲੀ ਤੌਰ ਤੇ ਭਾਰਤੀ ਹੈ ਉਹ ਇੰਡੀਅਨ ਬਾਕਸ ਦੀ ਨਿਸ਼ਾਨਦੇਹੀ ਕਰੇਗਾ। ਜਾਤੀਗਤ ਪ੍ਰੇਸ਼ਨ ਲਈ ਅਸੀਂ ਚਾਹੁੰਦੇ ਹਾਂ ਕਿ ਲੋਕ ਏਸ਼ੀਅਨ ਫਿਰ ਭਾਰਤੀ ਚੁਣਨ। ਇਹ ਸਿੱਖ, ਮੁਸਲਮਾਨ, ਹਿੰਦੂ, ਜੈਨ, ਬੋਧੀ, ਈਸਾਈ ਅਤੇ ਹੋਰ ਜੜ੍ਹਾਂ ਵਾਲੇ ਭਾਰਤੀਆਂ ਦੇ ਬਾਰੇ ਵਿੱਚ ਲਾਗੂ ਹੁੰਦਾ ਹੈ। ਜੇ ਲੋਕ ਸਹੀ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ ਅਤੇ ਮੰਦਰ, ਸ਼ਮਸ਼ਾਨ ਘਾਟ, ਮੰਦਰਾਂ ਅਤੇ ਹੋਰ ਸੰਬੰਧਿਤ ਜ਼ਰੂਰਤਾਂ ਲਈ ਫੰਡ ਸਹੀ ਤਰੀਕੇ ਨਾਲ ਅਲਾਟ ਨਹੀਂ ਕੀਤੇ ਜਾਂਦੇ। ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਭਾਰਤੀ ਭਾਈਚਾਰਾ ਬ੍ਰਿਟਿਸ਼ ਇੰਡੀਅਨ ਵਜੋਂ ਵੱਖਰੇ ਕੌਮੀ ਪਛਾਣ ਦੇ ਪ੍ਰਸ਼ਨ ਨੂੰ ਬ੍ਰਿਟਿਸ਼ ਫਿਰ ਹੋਰ ਚੁਣ ਕੇ ਫਿਰ ਇੰਡੀਅਨ ਵਿੱਚ ਲਿਖ ਕੇ ਭਰੇ। ਅਸੀਂ ਏਸ਼ੀਅਨ, ਬ੍ਰਿਟਿਸ਼ ਏਸ਼ੀਅਨ ਜਾਂ ਦੱਖਣੀ ਏਸ਼ੀਅਨ ਨਹੀਂ ਕਹਾਉਣਾ ਚਾਹੁੰਦੇ। ਅਸੀਂ ਆਪਣੀ ਵੱਖਰੀ ਪਹਿਚਾਣ ਬਣਾਉਣਾ ਚਾਹੁੰਦੇ ਹਾਂ। ਅਸੀਂ ਬਾਮ ਨਹੀਂ ਹੋਣਾ ਚਾਹੁੰਦੇ। ਅਸੀਂ ਸਿਰਫ ਬ੍ਰਿਟਿਸ਼ ਭਾਰਤੀ ਬਣਨਾ ਚਾਹੁੰਦੇ ਹਾਂ। ਇਹ ਉਸਨੇ ਵਿਚਾਰ ਰੱਖੇ ਹਨ, ਜਦਕਿ ਸਿੱਖ ਜਥੇਬੰਦੀਆਂ ਦੀ ਰਾਏ ਇਸ ਤੋਂ ਜੁਦਾ ਹੈ। ਬ੍ਰਿਟਨ ਦੀਆਂ ਸਿੱਖ ਜਥੇਬੰਦੀਆਂ ਨੇ ਮਰਦਮਸ਼ੁਮਾਰੀ ਦੌਰਾਨ ਖੁਦ ਨੂੰ ਭਾਰਤੀ ਵਜੋਂ ਸ਼੍ਰੇਣੀਬੱਧ ਨਾ ਕਰਨ ਦੀ ਅਪੀਲ ਕੀਤੀ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।